ਇੰਦਰਵੀਰ ਬੁਲਾਰੀਆ ਨੇ ਨਬਜ਼ ਟਟੋਲਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਸਿਆਸੀ ਪਾਰਟੀਆਂ ਦੀ ਜਾਂ ਹਲਕੇ ਦੇ ਲੋਕਾਂ ਦੀ? ਤੁਹਾਨੂੰ ਸ਼ਾਇਦ ਸਿਆਸੀ ਪਾਰਟੀਆਂ ਵੱਲੋਂ ਫੋਨ ਵੀ ਆਏ ਹੋਣਗੇ ਵੀ ਸਾਡੀ ਪਾਰਟੀ ਜੁਆਇਨ ਕਰ ਲਓ। ਇਸ ਗੱਲ ਉੱਤੇ ਹੈਰਾਨਗੀ ਹੁੰਦੀ ਹੈ ਕਿ ਜਿਹੜੇ ਵਿਰੋਧੀ ਨੇ ਇੱਕ ਬੱਚੇ ਤੋਂ ਡਰ ਗਏ ਜਿਹਨੇ ਮਾਸਕ ਪਾਇਆ ਹੋਇਆ ਸੀਗਾ। ਜਿਹੜੇ ਲੋਕ ਨੇ ਉਹਨਾਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਕੋਈ ਵਾਸੀ ਵੀ ਲੈ ਰਿਹਾ ਹੁੰਦਾ ਤੇ ਉਹਨੂੰ ਬਹੁਤ ਵੱਡਾ ਮਗਰਮੱਛ ਸਮਝ ਕੇ ਵੇਖਣ ਲੱਗ ਪੈਂਦੇ ਆ। ਉਹ ਦੱਸਾਂਗੇ ਕਿ ਸਾਡੀਆਂ ਅਚੀਵਮੈਂਟਸ ਕੀ ਸੀ 5 ਸਾਲ ਦੇ ਵਿੱਚ, ਤੇ ਵਿਰੋਧੀ ਘਬਰਾਣਗੇ ਨਹੀਂ, ਉਹਨਾਂ ਦੇ ਦੰਦ ਵੀ ਖੱਟੇ ਹੋਣਗੇ। ਜਿੰਨੇ ਜੋ ਅਨੁਮਾਨ ਲਾਣੇ ਆ, ਅਨੁਮਾਨ ਦਾ ਕੀ ਆ, ਸੋਚ ਦੇ ਘੋੜੇ ਜਿੰਨੇ ਮਰਜ਼ੀ ਕੋ ਦੌੜਾ ਲੇ, ਦੌੜਾਣ ਮੈਨੂੰ ਕੀ ਆ। ਮੈਂ ਕਦੀ ਉਸ ਉੱਤੇ ਕਦੀ ਮੈਂ ਉਸ ਗੱਲ ਦੀ ਫਿਕਰ ਨਹੀਂ ਕੀਤੀ, ਪਰਵਾਹ ਨਹੀਂ ਕੀਤੀ। ਤਾਂ ਐਮਐਲਏ ਇੰਦਰਵੀਰ ਸਿੰਘ ਬੁਲਾਰੀਆ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ ਕਿਉਂਕਿ ਪਿਛਲੇ ਇੱਕ ਹਫ਼ਤੇ ਵਿੱਚ ਉਹਨਾਂ ਵੱਲੋਂ ਜਿਹੜੇ ਸ਼ਹਿਰ ਅੰਦਰ ਪੋਸਟ ਲਗਾਏ ਸੀ, ਹੋਰਡਿੰਗ ਲਗਾਏ ਗਏ ਸੀ, ਵੱਡੀ ਚਰਚਾ ਦਾ ਵਿਸ਼ੇ ਬਣੇ ਹੋਏ ਸੀ। ਤਾਂ ਉਸ ਤੋਂ ਬਾਅਦ ਇਹ ਹੋਰਡਿੰਗ ਜਿਹੜੇ ਬਦਲ ਦਿੱਤੇ ਗਏ ਸੀਗੇ, ਇੱਕ ਕੰਟੈਸਟ ਦਾ ਨਾਮ ਦਿੱਤਾ ਗਿਆ ਸੀਗਾ ਵੀ ਅੰਮ੍ਰਿਤਸਰ ਲਿਟਲ ਚੈਂਪ ਕੰਟੈਸਟ ਕਰਵਾਇਆ ਜਾ ਰਿਹਾ। ਅੱਜ ਉਹਨਾਂ ਨੇ ਇਸ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਹੈ, ਗੱਲਬਾਤ ਕਰ ਲੈਂਦੇ ਹਾਂ। ਬੁਲਾਰੀਆ ਸਾਹਿਬ, ਕੀ ਕਹੋਗੇ? ਜਿਹੜੇ ਹੋਰਡਿੰਗ ਲਗਾਏ ਸੀ, ਕਾਫੀ ਲੋਕਾਂ ਵਿੱਚ ਉਤਸੁਕਤਾ ਸੀ ਔਰ ਪਾਰਟੀ ਵਿੱਚ ਵੀ ਕਾਫੀ ਉਤਸੁਕਤਾ ਵੇਖੀ ਗਈ ਸੀ ਵੀ ਬੁਲਾਰੀਆ ਸਾਹਿਬ 7 ਤਰੀਕ ਨੂੰ ਕਰਨ ਕੀ ਜਾ ਰਹੇ ਨੇ, ਤੇ ਕੀ ਕਰ ਰਹੇ ਹੋ ਤੁਸੀਂ? ਜੋ ਅਸੀਂ ਕਰ ਰਹੇ ਤੁਹਾਡੇ ਸਾਹਮਣੇ ਤੁਹਾਨੂੰ ਬਰੀਫ ਕਰ ਦਿੱਤਾ। ਔਰ ਮੈਂ ਸਮਝਦਾ ਕਿ ਅਸੀਂ ਕੋਵਿਡ ਦੀ ਜਿਹੜੀ ਤੀਜੀ ਲਹਿਰ ਆ ਰਹੀ ਆ ਉਸ ਤੋਂ ਬਚਣ ਲਈ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਰਹੇ ਆ, ਜਿਹਦੇ ਵਿੱਚ ਛੋਟੇ ਬੱਚੇ ਮਾਧਿਅਮ ਹੋਣਗੇ। ਆਪਣੇ ਹੁਨਰ ਦੇ ਰਾਹੀਂ, ਆਪਣੀ ਆਰਟ ਦੇ ਰਾਹੀਂ ਉਹ ਵੱਡਿਆਂ ਨੂੰ ਜਾਗਰੂਕ ਕਰਨਗੇ। ਸੋ ਇਹ ਕੰਟੈਸਟ ਆ, ਇੱਕ ਪੋਜ਼ਿਟਿਵ ਕੰਟੈਸਟ ਆ। ਹਾਂ ਠੀਕ ਆ ਕਿ ਵਿਰੋਧੀਆਂ ਨੇ ਇਹਨੂੰ ਆਪਣੇ ਤਰੀਕੇ ਨਾਲ ਲਿਆ। ਸੋ ਵਿਰੋਧੀਆਂ ਨੇ ਆਪਣਾ ਕੰਮ ਕਰਨਾ, ਅਸੀਂ ਆਪਣਾ ਕੰਮ ਕਰਨਾ। ਸਰਕਾਰਾਂ ਤੇ ਲੱਗੀਆਂ ਹੋਈਆਂ ਜ਼ੋਰ ਸ਼ੋਰ ਨਾਲ, ਕਿਆ ਸਰਕਾਰਾਂ ਤੇ ਕਮੀ ਰਹਿ ਗਈ ਜਿਹੜੀ ਤੁਸੀਂ ਅੱਗੇ ਆਏ ਹੋ? ਸਰਕਾਰਾਂ ਨੇ ਆਪਣਾ ਕੰਮ ਕਰਨਾ। ਜਦੋਂ ਕੰਮ ਇਹਨੇ ਵੱਡੇ ਨੇ, ਸਰਕਾਰਾਂ ਹੋਰ ਵੀ ਬੜਾ ਕੁਝ ਕਰਦੀਆਂ ਨੇ। ਸਰਕਾਰਾਂ ਕੋ ਹਸਪਤਾਲ ਹੈਗੇ ਪਰ ਫਿਰ ਵੀ ਪ੍ਰਾਈਵੇਟ ਹਸਪਤਾਲ ਕੰਮ ਕਰਦੇ ਨੇ। ਸਰਕਾਰਾਂ ਕੋ ਸਕੂਲ ਹੈਗੇ ਨੇ ਫਿਰ ਵੀ ਪ੍ਰਾਈਵੇਟ ਸਕੂਲ ਕੰਮ ਕਰਦੇ ਨੇ। ਸੋ ਇਹ ਕੋਈ ਜ਼ਰੂਰੀ ਨਹੀਂ ਆ। ਸਰਕਾਰ ਆਪਣਾ ਕੰਮ ਕਰ ਰਹੀ ਹੈ, ਚੰਗਾ ਕੰਮ ਕਰ ਰਹੀ ਹੈ, ਉੱਥੇ ਅਸੀਂ ਵੀ ਆਪਣਾ ਕੰਮ ਕਰ ਰਹੇ ਹਾਂ। ਇਸ ਕੰਟੈਸਟ ਦੇ ਬਹਾਨੇ ਇੰਦਰਵੀਰ ਬੁਲਾਰੀਆ ਨੇ ਨਬਜ਼ ਟਟੋਲਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਸਿਆਸੀ ਪਾਰਟੀਆਂ ਦੀ ਜਾਂ ਹਲਕੇ ਦੇ ਲੋਕਾਂ ਦੀ? ਤੁਹਾਨੂੰ ਸ਼ਾਇਦ ਸਿਆਸੀ ਪਾਰਟੀਆਂ ਵੱਲੋਂ ਫੋਨ ਵੀ ਆਏ ਹੋਣਗੇ ਵੀ ਸਾਡੀ ਪਾਰਟੀ ਜੁਆਇਨ ਕਰ ਲਓ। ਨਹੀਂ, ਸਿਆਸਤ ਇਹ ਤੋਂ ਕੋਹਾਂ ਦੂਰ ਆ। ਔਰ ਜਿਸ ਦਿਨ ਇਹ ਕੈਂਪੇਨ ਸ਼ੁਰੂ ਹੋਇਆ ਸੀਗਾ, ਪੋਸਟਰ ਉੱਤੇ ਕੀ ਬਣਿਆ ਸੀਗਾ? ਇੱਕ ਛੋਟਾ ਜਿਹਾ ਬੱਚਾ ਜਿਹਨੇ ਮਾਸਕ ਪਾਇਆ ਸੀਗਾ ਔਰ ਸਾਈਡ ਦੇ ਉੱਤੇ ਇੱਕ ਟੈਬਲੇਟ ਬਣਿਆ ਹੋਇਆ ਸੀਗਾ। ਸੋ ਇਹਦੇ ਨਾਲ ਕੀ ਸੁਣਿਆ ਜਾਂਦਾ ਸੀਗਾ? ਮੈਨੂੰ ਤੇ ਇਸ ਗੱਲ ਉੱਤੇ ਹੈਰਾਨਗੀ ਹੁੰਦੀ ਹੈ ਕਿ ਜਿਹੜੇ ਵਿਰੋਧੀ ਨੇ ਇੱਕ ਬੱਚੇ ਤੋਂ ਡਰ ਗਏ ਜਿਹਨੇ ਮਾਸਕ ਪਾਇਆ ਹੋਇਆ ਸੀਗਾ, ਜਿਹੜਾ ਖਾਲੀ ਹੱਥ ਸੀਗਾ। ਸੋ ਕਹਿਣ ਦਾ ਭਾਵ ਹਰ ਚੀਜ਼ ਨੂੰ ਨੈਗੇਟਿਵਿਟੀ ਦੇ ਨਾਲ ਨਹੀਂ ਦੇਖਣਾ ਚਾਹੀਦਾ, ਹਰ ਚੀਜ਼ ਨੂੰ ਇੱਕ ਗਲਤ ਨਜ਼ਰ ਨਾਲ ਨਹੀਂ ਵੇਖਣਾ ਚਾਹੀਦਾ। ਸਮਾਜ ਇਹੋ ਜਿਹਾ ਅੱਜ ਦੀ ਡੇਟ ਵਿੱਚ, ਸਿਆਸੀ ਜਿਹੜੇ ਲੋਕ ਨੇ ਉਹਨਾਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਕੋਈ ਵਾਸੀ ਵੀ ਲੈ ਰਿਹਾ ਹੁੰਦਾ ਤੇ ਉਹਨੂੰ ਬਹੁਤ ਵੱਡਾ ਮਗਰਮੱਛ ਸਮਝ ਕੇ ਵੇਖਣ ਲੱਗ ਪੈਂਦੇ ਆ। ਸੋ ਸਾਡਾ ਕੋਈ ਵੀ ਇਹਦੇ ਵਿੱਚ ਪੋਲੀਟੀਕਲ ਉਦੇਸ਼ ਨਹੀਂ ਸੀਗਾ, ਸਾਡਾ ਸਮਾਜਿਕ ਉਦੇਸ਼ ਸੀਗਾ। ਔਰ ਤੁਸੀਂ ਸਾਰਿਆਂ ਚੰਗੀ ਤਰ੍ਹਾਂ ਵੇਖ ਲਿਆ ਕਿ ਸਾਡਾ ਜਿਹੜਾ ਉਹ ਵਿਜ਼ਨ ਕੀ ਆ ਔਰ ਵਿਜ਼ਨ ਦੇ ਰਾਹੀਂ ਅਸੀਂ ਅਚੀਵ ਕੀ ਕਰਨਾ ਚਾਹੁੰਦੇ ਆ। ਤੁਸੀਂ ਸਾਰੀ ਗੱਲ ਦੇਖ ਲਈ ਆ। ਤੁਹਾਨੂੰ ਸੈਲਫ ਐਕਸਪਲੇਨੇਟਰੀ ਜਿਹੜੇ ਵੀਡੀਓਜ਼ ਨੇ ਉਹ ਵੀ ਤੁਸੀਂ ਵੇਖ ਲਏ ਨੇ। ਹੁਣ ਇਹਨੂੰ ਵੇਖਣਾ ਤੁਸੀਂ ਆ ਕਿ ਜੋ ਮੈਂ ਕੀਤਾ ਸਹੀ ਕੀਤਾ ਕਿ ਗਲਤ ਕੀਤਾ। ਸਭ ਵਿਰੋਧੀ ਧਿਰ ਜੇ ਅਕਲ ਦੀ ਗੱਲ ਕਰੀਏ ਤਾਂ ਉਹ ਤਾਂ ਇਹੀ ਆਖ ਰਹੇ ਨੇ ਵੀ ਬੁਲਾਰੀਆ ਦੁਬਾਰਾ ਤੋਂ ਉਮਰ ਤੋਂ ਆਪਣੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਨੇ, ਹਲਕੇ ਵਿੱਚ ਵੜਦੇ ਨਹੀਂਗੇ, ਤੇ ਹੁਣ ਦੁਬਾਰਾ ਇਸ ਕੰਟੈਸਟ ਦੇ ਮਾਧਿਅਮ ਰਾਹੀਂ ਜਿਹੜਾ ਉਹ ਆਪਣਾ ਲੋਕਾਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕਰ ਰਹੇ ਨੇ। ਮੇਰਾ ਫੇਸਬੁੱਕ ਪੇਜ ਜਾ ਕੇ ਦੇਖੋ, ਉਹ 'ਤੇ ਐਕਟੀਵਿਟੀ ਦੇਖੋ, ਤੇ ਤੁਹਾਨੂੰ ਮੇਰੀ ਐਕਟਿਵਨੈਸ ਆਪਣੇ ਆਪ ਪਤਾ ਲੱਗ ਜਾਏਗੀ ਕਿ ਮੈਂ ਕੀ ਕੀਤਾ। ਔਰ ਹਜੇ ਤੇ ਮੈਂ ਕੁਝ ਕੀਤਾ ਹੀ ਨਹੀਂ ਆ। ਹਜੇ ਤੇ ਜਿਹੜੀਆਂ ਸਾਡੀਆਂ ਅਚੀਵਮੈਂਟਸ ਨੇ, ਜਿਹੜੀਆਂ 5 ਸਾਲ ਦੀਆਂ, ਉਹ ਜਦੋਂ ਉਹਦੇ ਬਾਰੇ ਵੀ ਜਾਗਰੂਕ ਕਰਾਵਾਂਗੇ, ਜਦੋਂ ਉਹ ਦੱਸਾਂਗੇ ਕਿ ਸਾਡੀਆਂ ਅਚੀਵਮੈਂਟਸ ਕੀ ਸੀ 5 ਸਾਲ ਦੇ ਵਿੱਚ, ਤੇ ਵਿਰੋਧੀ ਘਬਰਾਣਗੇ ਨਹੀਂ, ਉਹਨਾਂ ਦੇ ਦੰਦ ਵੀ ਖੱਟੇ ਹੋਣਗੇ। ਪਰ ਜਦੋਂ ਤੁਸੀਂ ਜੁਆਇਨ ਕੀਤੀ ਸੀ ਕਾਂਗਰਸ ਤਾਂ ਉਦੋਂ ਤੁਸੀਂ ਇਹੀ ਆਖਿਆ ਸੀ ਕਿ ਜਿਹੜੀ ਪਾਰਟੀ ਇਸ ਡੰਪ ਨੂੰ ਸ਼ਿਫਟ ਕਰਵਾਊਗੀ ਮੈਂ ਉਹਦੇ ਨਾਲ ਜਾਊਂਗਾ। ਤੁਸੀਂ ਕਾਂਗਰਸ ਜੁਆਇਨ ਕਰ ਲਈ, ਪਰ ਜਿਹੜਾ ਡੰਪ ਹੈ ਕੂੜੇ ਦਾ ਉੱਥੇ ਦਾ ਉੱਥੇ ਹੈ। ਆਪ ਵੇਖੋ, ਅਸੀਂ ਕੋਈ ਕਸਰ ਨਹੀਂ ਛੱਡੀ। ਅਕਾਲੀ ਦਲ ਨੇ ਤੇ ਕੂੜੇ ਉੱਤੇ ਮਿੱਟੀ ਪਾਈ ਸੀਗੀ, ਅਸੀਂ ਉਹ ਮਿੱਟੀ ਨੂੰ ਖੰਗਾਲ ਕੇ, ਕੂੜੇ ਨੂੰ ਸੈਗਰੀਗੇਟ ਕਰਕੇ ਔਰ ਪਲਾਸਟਿਕ ਵੱਖਰੀ ਕਰਕੇ, ਕੂੜਾ ਵੱਖਰਾ ਕਰਕੇ ਅਸੀਂ 2 ਏਕੜ ਥਾਂ ਖਾਲੀ ਕਰ ਲਈ ਆ। ਤੇ ਇਸ ਕਰਕੇ ਅਸੀਂ ਸਵੇਰਤਾ ਨਾਲ ਲੱਗੇ ਹੋਏ ਆ। ਅਸੀਂ ਕੋਈ ਕਮੀ ਨਹੀਂ ਰਹਿਣ ਦਿੱਤੀ ਆਪਣੇ ਕੰਮ ਦੇ ਵਿੱਚ। ਬਾਕੀ ਠੀਕ ਆ, ਸਮਾਂ ਲੱਗਦਾ ਚੀਜ਼ਾਂ ਨੂੰ। ਸਭ ਧਮਾਕਾ ਕਰਨ ਦੀ ਗੱਲ ਆਖੀ ਜਾਂਦੀ ਵੀ ਸ਼ਾਇਦ ਬੁਲਾਰੇ ਸਾਹਿਬ ਧਮਾਕਾ ਕਰਨਗੇ, ਤੇ ਕਿਆ ਤੁਹਾਨੂੰ ਕੋਈ ਪਾਰਟੀ ਦਾ ਕੋਈ ਫੋਨ ਆਇਆ ਵੀ ਸਾਡੀ ਪਾਰਟੀ ਜੁਆਇਨ ਕਰ ਲਓ ਜੀ? ਮੇਰੀ ਗੱਲ ਸੁਣੋ, ਧਮਾਕਾ ਕਿਤੇ ਲੱਗਾ ਸੀ? ਕਿਸੇ ਪੋਸਟ 'ਚ ਲਿਖਿਆ ਸੀ ਕਿ ਧਮਾਕਾ ਕਰਨਾ? ਜੋ ਲੋਕਾਂ ਵਿੱਚ ਉਤਸੁਕਤਾ ਸੀ ਜਾਂ ਪਾਰਟੀਆਂ ਜਿਹੜੀਆਂ ਸੀ, ਸਿਆਸੀ ਪਾਰਟੀ ਨੇ ਵੱਖਰੇ ਵੱਖਰੇ ਅਨੁਮਾਨ ਲਗਾਏ ਸੀ ਆਪਣੇ ਵੀ, ਬੁਲਾਰੇ ਕੀ ਕਰਨ ਜਾ ਰਹੇ 7 ਤਰੀਕ? ਜਿੰਨੇ ਜੋ ਅਨੁਮਾਨ ਲਾਣੇ ਆ, ਅਨੁਮਾਨ ਦਾ ਕੀ ਆ, ਸੋਚ ਦੇ ਘੋੜੇ ਜਿੰਨੇ ਮਰਜ਼ੀ ਕੋ ਦੌੜਾ ਲੇ,
ਦੌੜਾਉਣ, ਮੈਨੂੰ ਕੀ ਆ। ਮੈਂ ਕਦੀ ਉਸ ਉੱਤੇ ਕਦੀ ਮੈਂ ਉਸ ਗੱਲ ਦੀ ਫਿਕਰ ਨਹੀਂ ਕੀਤੀ, ਪਰਵਾਹ ਨਹੀਂ ਕੀਤੀ। ਜੋ ਮਨ 'ਚ ਆਇਆ, ਜੋ ਮੈਨੂੰ ਲੱਗਾ ਕਿ ਸਮਾਜ ਲਈ ਠੀਕ ਆ, ਉਹ ਮੈਂ ਕੀਤਾ। ਅੱਜ ਵੀ ਮੈਂ ਉਹ ਕੀਤਾ। ਪਰ ਕੈਪਟਨ ਸਾਹਿਬ ਨੇ ਇੱਕ ਪਾਸੇ ਸਾਬਕਾ ਐਮਐਲਏ ਹਰਜਿੰਦਰ ਸਿੰਘ ਠੇਕੇਦਾਰ ਨੂੰ ਹਲਕਾ ਸਾਊਥ ਤੋਂ ਥਾਪੀ ਦੇ ਦਿੱਤੀ, ਉਸ ਦੇ ਬਾਰੇ ਕੀ ਕਹੋ? ਕਿੱਥੇ ਥਾਪੀ ਦੇ ਦਿੱਤੀ? ਤੁਸੀਂ ਨਾਲ ਤਿਆਰੀ ਕਰ ਰਹੇ, ਬਿਲਕੁਲ ਥਾਪੀ। ਅਸੀਂ ਉਹਨਾਂ ਦੀ ਇੰਟਰਵਿਊ ਕੀਤੀ ਹੈ ਬਕਾਇਦਾ, ਉਹ ਕਹਿੰਦੇ ਟਿਕਟ ਅੱਜ ਕੇ ਮਿਲੂਗੀ। ਤਾਂ ਬਹੁਤ ਚੰਗੀ ਗੱਲ ਆ। ਮੈਂ ਤੇ ਕਹਿੰਦਾ ਕਿ ਜਿਹੜਾ ਜੇ ਮੈਂ ਕੇਪੇਬਲ ਹਾਂ ਤੇ ਮੈਨੂੰ ਮਿਲ ਜੇ ਲੱਗਦਾ ਕਿ ਮੈਂ ਹਲਕੇ ਲਈ 5 ਸਾਲ ਚੰਗੇ ਕੰਮ ਕੀਤੇ ਆ। ਜੇ ਕਿਸੇ ਹੋਰ ਦਾ ਲੱਗਦਾ, ਇਹ ਤੇ ਪਾਰਟੀ ਨੇ ਵੇਖਣਾ। ਜੇ ਪਾਰਟੀ ਮੈਨੂੰ ਕੇਪੇਬਲ ਸਮਝੇਗੀ, ਮੈਨੂੰ ਮੌਕਾ ਦੇਗੀ। ਜੇ ਪਾਰਟੀ ਕਿਸੇ ਹੋਰ ਨੂੰ ਕੇਪੇਬਲ ਸਮਝਦੀ ਤਾਂ ਉਹਨੂੰ ਦੇ ਦੇਗੀ। ਕਿਤੇ ਸਮਝਦੇ ਨਹੀਂ ਤੁਸੀਂ ਤੁਹਾਨੂੰ ਕਿਤੇ ਨਵਜੋਤ ਸਿੰਘ ਸਿੱਧੂ ਨਾਲ ਜਾਣ ਦਾ ਖਮਿਆਜ਼ਾ ਕਿਤੇ ਭੁਗਤਣਾ ਪੈ ਸਕਦਾ ਹੈ? ਕੈਪਟਨ ਸਾਹਿਬ ਲਗਾਤਾਰ ਧਰਨਾ ਨਾਰਾਜ਼ ਚੱਲ ਰਹੇ। ਮੇਰੇ ਨਾਲ ਕੈਪਟਨ ਸਾਹਿਬ ਕੋਈ ਨਾਰਾਜ਼ ਨਹੀਂ ਹੈ, ਔਰ ਨਵਜੋਤ ਸਿੰਘ ਸਿੱਧੂ ਸਾਡੇ ਪ੍ਰਧਾਨ ਸਾਹਿਬ ਨੇ। ਸੋ ਇਸ ਕਰਕੇ ਪਾਰਟੀ ਔਰ ਸਰਕਾਰ ਦੋਵੇਂ ਇਕੱਠੇ ਨੇ। ਸੋ ਅਸੀਂ ਦੋਵਾਂ ਨਾਲ ਆ। ਇਹ 'ਚ ਕਿਹੜੀ ਗੱਲ ਹੈਗੀ ਆ? ਤੁਸੀਂ ਇਹ ਗੱਲ ਕੀ ਹੁੰਦੀ ਹੈ ਕਿ ਤੁਸੀਂ ਆਪਣੇ ਅੰਦਾਜ਼ੇ ਆਪ ਲਾਉਣ ਲੱਗ ਪੈਂਦੇ ਹੋ। ਸੋ ਮੈਂ ਜਿਵੇਂ ਪਹਿਲੇ ਆਖਿਆ ਕਿ ਸੋਚ ਦੇ ਘੋੜੇ ਜਿੰਨੇ ਮਰਜ਼ੀ ਕੁਝ ਉਡਾਈ ਜਾਵੇ, ਸਾਨੂੰ ਉਸ ਗੱਲ ਦੀ ਫਿਕਰ ਨਹੀਂ, ਕੋਈ ਪਰੇਸ਼ਾਨੀ ਨਹੀਂ ਹੈ। ਇਹ ਬੁਲਾਰੇ ਦਾ ਹੁਣ ਸਿਆਸੀ ਜਿਹੜਾ ਭਵਿੱਖ ਕੀ ਨਜ਼ਰ ਆਉਂਦਾ 2022 ਵਿੱਚ? ਹਰਿਆ ਭਰਿਆ, ਔਰ ਬੱਚਿਆਂ ਨੂੰ ਨਾਲ ਲੈ ਕੇ ਅੱਗੇ ਵਧਾਂਗੇ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ, ਇੱਕ ਵਧੀਆ ਸਮਾਜ ਦੀ ਸਿਰਜਣਾ ਕਰਾਂਗੇ। ਸੋ ਇਸ ਕਰਕੇ ਅੱਜ ਦੀ ਡੇਟ 'ਚ ਪਹਿਲੇ ਆਪਾਂ ਤੀਜੀ ਵੇਵ ਤੋਂ ਬਚੀਏ। ਜੇ ਬਚ ਜਾਾਂਗੇ ਤੇ 2022 'ਚ ਸਿਆਸੀ ਵੀ ਆਪਾਂ ਲੱਭ ਲਾਂਗੇ। ਤਾਂ ਬਿਲਕੁਲ ਜੀ, ਇਹ ਸਨ ਐਮਐਲਏ ਇੰਦਰਬੀਰ ਸਿੰਘ ਬੁਲਾਰੀਆ, ਜਿਨ੍ਹਾਂ ਵੱਲੋਂ ਅੱਜ ਅੰਮ੍ਰਿਤਸਰ ਲਿਟਲ ਚੈਂਪ ਕੰਟੈਸਟ ਦੀ ਜਿਹੜੀ ਉਹ ਸ਼ੁਰੂਆਤ ਕੀਤੀ ਗਈ ਹੈ। ਕਿਉਂਕਿ ਤੁਹਾਨੂੰ ਦੱਸ ਦਈਏ 1 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਹੋਰਡਿੰਗਸ ਲੱਗੇ ਸੀਗੇ ਵੀ ਬੁਲਾਰੀਆ ਕੋਈ ਵੱਡਾ ਧਮਾਕਾ ਕਰ ਸਕਦੇ ਨੇ 7 ਸਤੰਬਰ ਨੂੰ। ਤਾਂ ਉਹਨਾਂ ਵੱਲੋਂ ਸਾਰੀਆਂ ਕਿਆਸ ਰਿਆਂ ਨੂੰ ਜਿਹੜਾ ਉਹ ਇੱਕ ਪਾਸੇ ਰੱਖਦਿਆਂ ਹੋਇਆਂ ਇੱਕ ਅੰਮ੍ਰਿਤਸਰ ਲਿਟਲ ਚੈਂਪ ਕੰਟੈਸਟ ਦੀ ਸ਼ੁਰੂਆਤ ਕੀਤੀ ਗਈ ਹੈ। ਔਰ ਉਹਨਾਂ ਵੱਲੋਂ ਆਖਿਆ ਗਿਆ ਵੀ ਤੀਸਰੀ ਵੇਵ ਜਿਹੜੀ ਆ ਰਹੀ ਹੈ ਉਸ ਤੋਂ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ ਔਰ ਲੋਕਾਂ ਨੂੰ ਵੀ ਵੈਕਸੀਨੇਟ ਹੋਣ ਦੀ ਲੋੜ ਹੈ। ਦੂਜੇ ਪਾਸੇ ਉਹਨਾਂ ਨੇ ਆਖਿਆ ਵੀ 2022 ਵਿੱਚ ਇਲੈਕਸ਼ਨ ਦਾ ਜਿਹੜਾ ਕੀ ਟ੍ਰੈਂਡ ਰਹਿੰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਪਹਿਲਾਂ ਲੋੜ ਹੈ ਇਸ ਕੋਵਿਡ-19 ਦੇ ਤੀਸਰੀ ਲਹਿਰ ਤੋਂ ਬਚਣ ਦੀ। कैमरा पर्सन मुकेश बावाना, सिकंदर पसरीचा, दैनिक सवेरा टीवी, ਅੰਮ੍ਰਿਤਸਰ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। कहने तो बाहर है, तुरंत संपर्क करो। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।